न्यूज़ 18 ਤੇ ਅਰੋੜਾ ਰਿਸ਼ਵਤ ਕਾਂਡ ਦਾ ਅਹਿਮ ਕਿਰਦਾਰ ਸਾਹਮਣੇ ਆਇਆ। ਪਹਿਲੀ ਵਾਰ ਕੈਮਰੇ ਤੇ ਰਿਸ਼ਵਤ ਕਾਂਡ ਦੀ ਅਹਿਮ ਕੜੀ ਦੇਖਣ ਨੂੰ ਮਿਲੀ ਹੈ, ਸੁਣਨ ਨੂੰ ਮਿਲੀ ਹੈ। ਤਾਂ ਨਿਊਜ਼ 18 ਤੇ ਰਿਸ਼ਵਤ ਕਾਂਡ ਦੇ ਨਾਲ ਜੁੜੀ ਕਾਰ ਦਾ ਮਾਲਕ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਔਰ ਨਾਮੀ ਬਿਲਡਰ ਦਾ ਨਾਂ ਜੋ ਹੈ ਦੱਸ ਦਈ ਕਿ ਵਿਜੀਲੈਂਸ ਨੇ ਬਿਲਡਰ ਦੀਪਕ ਗਰਗ ਨੂੰ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਹੈ। ਤਾਂ ਬਿਲਡਰ ਦੀ ਗੱਡੀ ਲੈ ਕੇ AIG ਦੇ घर गए सी सुंदर श्याम अरोड़ा और 50 लाख की रिश्वत लैके AIG दे कोल गए सन सुंदर श्याम अरोड़ा। तो इन्वॉल्वमेंट किन्नी को है किन्नी को नहीं है, ये गलबात की है न्यूज़ 18 दे नाल खास तौर पे। मिनिस्टर सुंदर श्याम अरोड़ा ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਕਿ 50 ਲੱਖ ਰਿਸ਼ਵਤ ਦੇਣ ਦੀ ਗੱਲ ਕੀਤੀ ਗਈ ਸੀ। AIG ਮਨਮੋਹਨ ਕੁਮਾਰ ਨੂੰ ਰਿਸ਼ਵਤ ਦੇਣ ਦੀ ਗੱਲ ਕੀਤੀ ਗਈ ਸੀ, ਜਿਹਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਲੇਕਿਨ ਉਹਦੇ ਵਿੱਚ ਕਈ ਸਵਾਲ ਜਿਹੜੇ ਸਾਹਮਣੇ ਆਏ ਸੀਗੇ ਕਿ ਜਿਹੜੀ ਉਹਨਾਂ ਨੇ ਗੱਡੀ ਯੂਜ਼ ਕੀਤੀ ਜਾਂ ਫਿਰ ਜਿਹੜੇ ਪੈਸੇ ਉਹ ਲੈ ਕੇ ਗਏ ਹੈ, ਇੱਕ ਨਾਮੀ ਬਿਲਡਰ ਜਿਹੜੇ ਹੈ ਉਹਨਾਂ ਦੇ ਪੈਸੇ ਸੀਗੇ ਤੇ ਕਿਸ ਤਰ੍ਹਾਂ ਦੀ, ਕਿਉਂਕਿ ਅੱਜ ਵਿਜੀਲੈਂਸ ਨੇ ਜਿਹੜੇ ਨਾਮੀ ਬਿਲਡਰ ਨੇ ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਹੋਈ ਹੈ। ਜਿਹੜੇ ਬਿਲਡਰ ਨੇ ਉਹਨਾਂ ਨਾਲ ਗੱਲ ਵੀ ਕਰਦੇ ਆ। ਦੀਪਕ ਸਰ 2 ਮਿੰਟ ਗੱਲ ਕਰੀਏ। ਦੀਪਕ ਸਰ, ਇਹ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਕਿ ਅੱਜ ਤੁਹਾਨੂੰ ਵਿਜੀਲੈਂਸ ਨੇ ਬੁਲਾਇਆ ਸੀਗਾ, ਕਈ ਚੀਜ਼ਾਂ ਸਾਹਮਣੇ ਆਈਆਂ, ਥੋੜਾ ਜਿਹਾ ਚੰਨਾ ਪਾਓ। ਨਹੀਂ, ਬਸ ਮੈਨੂੰ ਉਹਨਾਂ ਨੇ ਬੁਲਾਇਆ ਸੀਗਾ ਜੀ ਤੇ ਮੈਂ ਆਪਣਾ ਅੱਜ ਆ ਗਿਆ ਸੀਗਾ। ਜੋ ਉਹਨਾਂ ਦੀ ਕੁਐਸਚਨਿੰਗ ਸੀਗੀ ਉਹਦੇ ਮੈਂ ਉਹਨਾਂ ਨੂੰ ਜਵਾਬ ਦੇ ਦਿੱਤੇ ਹੈਗੇ। ਦੀਪਕ ਸਰ, ਐਲੀਗੇਸ਼ਨ ਇਹ ਨੇ ਕਿ ਤੁਹਾਡੀ ਗੱਡੀ ਯੂਜ਼ ਹੋਈ ਹੈ, ਤੁਹਾਡੀ ਗੱਡੀ ਲੈ ਕੇ ਗਏ ਤੇ ਤੁਹਾਡੇ ਤੋਂ ਪੈਸੇ ਵੀ ਲੈ ਕੇ ਗਏ ਨੇ ਸੁੰਦਰ ਸ਼ਾਮ ਅਰੋੜਾ। ਨਹੀਂ ਸਰ, ਮੇਰੀ ਗੱਡੀ ਲਈ ਹੈ, ਮੇਰੇ ਬਿਲਕੁਲ ਲਈ ਹੈ, ਪਰ ਉਹ ਜਿਹੜੇ ਉਹਨਾਂ ਦੇ ਕੋਈ ਪੈਸੇ ਦਾ ਜਿਹੜਾ ਲੈਣ ਦੇਣ ਉਹਦੇ ਵਿੱਚ ਮੇਰਾ ਕੋਈ ਲੈਣ ਦੇਣ ਜਾਂ ਸੰਬੰਧ ਨਹੀਂ ਹੈਗਾ। ਠੀਕ ਹੈ ਸਰ, ਤੁਹਾਡੀ ਗੱਡੀ ਯੂਜ਼ ਹੋਈ ਸੀ? ਹਾਂ, ਮੇਰੀ ਗੱਡੀ ਉਹਨਾਂ ਨੇ ਮੰਗੀ ਸੀਗੀ ਤੇ ਮੇਰਾ ਡਰਾਈਵਰ ਸੀਗਾ ਤੇ ਉਹ ਉਹਨਾਂ ਦੇ ਨਾਲ ਗਿਆ ਹੋਏਗਾ, ਉਹਦੇ 'ਚ ਮੇਰਾ ਕੋਈ ਲੈਣਾ ਦੇਣਾ। ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ ਮੈਂ ਕਿੱਥੇ ਜਾਣਾ ਜਾਂ ਨਹੀਂ, ਮੇਰੇ ਨਾਲ ਐਸੀ ਕੋਈ ਗੱਲਬਾਤ ਨਹੀਂ ਹੁੰਦੀ। ਮੈਨੂੰ ਵੈਸੇ ਉਹਨਾਂ ਨੇ ਰੂਟੀਨ 'ਚ ਕਿਹਾ ਵੀ ਮੈਨੂੰ ਗੱਡੀ ਚਾਹੀਦੀ ਹੈ, ਮੈਂ ਗੱਡੀ ਦੇ ਦਿੱਤੀ। ਇਸ ਤੋਂ ਇਲਾਵਾ ਮੇਰਾ ਕੋਈ ਸੰਬੰਧ ਨਹੀਂ। ਤੇ ਸਰ ਪੈਸੇ ਦੀ ਗੱਲ ਹੋ ਰਹੀ ਹੈ, ਕਿਉਂਕਿ ਬਾਰ-ਬਾਰ ਇਹ ਗੱਲ ਹੋ ਰਹੀ ਸੀ ਕਿ ਮੈਂ ਤੁਹਾਨੂੰ ਫੇਰ ਕਹਿ ਰਿਹਾ ਮੇਰਾ ਉਹਨਾਂ ਪੈਸਿਆਂ ਦੇ ਨਾਲ ਕੋਈ ਲੈਣਾ ਦੇਣਾ, ਕੋਈ ਸੰਬੰਧ ਨਹੀਂ ਹੈਗਾ। ਮੈਂ ਉਹਨਾਂ ਨੂੰ ਜਵਾਬ ਦੇ ਚੁੱਕਿਆ ਜੀ, ਮੈਨੂੰ ਨਹੀਂ ਪਤਾ ਉਹ ਪੈਸੇ ਕਿੱਥੋਂ ਲੈ ਕੇ ਆਏ, ਕੀ ਕੀਤਾ, ਮੇਰਾ ਨਹੀਂ ਹੈ ਕੋਈ ਸੰਬੰਧ। ਸਰ ਇੱਕ ਗੱਲ ਹੋਰ ਹੈ ਕਿ ਤੁਹਾਨੂੰ ਸਮਨ ਕੀਤਾ ਸੀਗਾ ਵਿਜੀਲੈਂਸ ਨੇ, ਤੁਹਾਨੂੰ 2 ਵਾਰ ਬੁਲਾਇਆ, ਤੁਸੀਂ ਨਹੀਂ ਆਏ। ਸਰ ਮੈਨੂੰ 18 ਤਰੀਕ ਨੂੰ 5:10 ਦੇ ਨੇੜੇ ਉਹਨਾਂ ਦਾ ਟੈਲੀਫੋਨ ਆਇਆ ਸੀਗਾ DSP ਸਾਹਿਬ ਦਾ, ਪਰ ਮੈਂ ਦਿੱਲੀ ਸੀਗਾ ਉਸ ਸਮੇਂ। ਮੈਂ ਕਿਹਾ ਕਿ ਮੈਂ 20 ਤਰੀਕ ਨੂੰ ਆ ਜਾਵਾਂਗਾ ਤੇ ਮੈਂ ਕੱਲ ਕਿਸੇ ਕਾਰਨ ਨਹੀਂ ਆ ਪਾਇਆ, ਥੋੜੀ ਮੇਰੀ ਸਿਹਤ ਖਰਾਬ ਸੀ। ਅੱਜ ਮੈਂ ਸਵੇਰੇ ਆਇਆ ਸੀ। ਸੰਮਨ ਕੋਈ ਤੁਹਾਨੂੰ ਮਿਲਿਆ ਸੀ? ਨਹੀਂ, ਮੈਨੂੰ ਸੰਮਨ ਨਹੀਂ, ਮੈਨੂੰ ਟੈਲੀਫੋਨ ਤੇ ਉਹਨਾਂ ਨੇ ਬੁਲਾਇਆ ਸੀ ਤੇ ਮੈਂ ਪਹੁੰਚਿਆ ਸੀ। ਤੇ ਤੁਸੀਂ 18 ਤਰੀਕ ਨੂੰ ਨਹੀਂ ਆਏ? ਨਹੀਂ, 18 ਨੂੰ ਮੇਰੇ ਕੋਲ ਫੋਨ ਆਇਆ ਸੀ। ਮੈਂ 18 ਨੂੰ ਸ਼ਹਿਰ ਦੇ ਵਿੱਚ ਨਹੀਂ ਸੀਗਾ, ਦਿੱਲੀ ਸੀਗਾ। ਮੈਂ 20 ਤਰੀਕ ਨੂੰ ਕਿਹਾ ਜੀ ਮੈਂ ਆ ਜਾਵਾਂਗਾ ਤੇ ਕੱਲ ਥੋੜੀ ਮੇਰੀ ਤਬੀਅਤ ਖਰਾਬ ਸੀ ਤੇ ਮੈਂ ਅੱਜ ਫੋਨ ਕਰਕੇ ਇੱਥੇ ਚਲਾ ਗਿਆ ਸੀ। ਸਰ ਅੱਜ ਪੁੱਛਗਿੱਛ ਕੁਝ ਚੀਜ਼ਾਂ ਸਾਹਮਣੇ ਆਈ, ਕੋਈ ਵਿਜੀਲੈਂਸ ਨੇ ਕਿਸ ਤਰ੍ਹਾਂ ਦੀ ਗੱਲਬਾਤ? ਨਹੀਂ, ਉਹਨਾਂ ਨੇ ਮੈਨੂੰ ਗੱਡੀ ਦੇ ਬਾਰੇ ਜੋ ਵੀ ਕੁਝ ਪੁੱਛਿਆ, ਮੈਂ ਉਹਨਾਂ ਨੂੰ ਜੋ ਵੀ ਸਵਾਲ ਜਵਾਬ ਸੀਗਾ ਉਹ ਸਾਰੇ ਮੈਂ ਦੇ ਚੁੱਕਿਆ ਜੀ। ਪਲੀਜ਼। ਬਿਲਕੁਲ, ਜਿੱਦਾਂ ਦੀਪਕ ਗਰ ਨੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਮਾਰਬਲਾ ਗਾਰਡਨ ਦੇ ਜਿਹੜੇ ਨਾਮੀ ਬਿਲਡਰ ਹੈ ਉਹਨਾਂ ਦੀ ਗੱਡੀ ਯੂਜ਼ ਹੋਈ ਹੈ, ਉਹਨਾਂ ਦੇ ਜਿਹੜੇ ਪੈਸੇ ਹੈ ਉਹ ਵੀ ਲਿੱਤੇ ਗਏ। ਲੇਕਿਨ ਇਹ ਜਿਹੜੇ ਸਰ ਨੇ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੈਸੇ ਦਾ ਕੋਈ ਵੀ ਲੈਣ ਦੇਣ ਜਿਹੜਾ ਹੈ ਉਹ ਨਹੀਂ ਸੀਗਾ, ਸਿਰਫ ਮੇਰੀ ਗੱਡੀ ਜ਼ਰੂਰ ਯੂਜ਼ ਹੋਈ ਹੈ, ਮੇਰਾ ਡਰਾਈਵਰ, ਕਿਉਂਕਿ ਉਹਨਾਂ ਦਾ ਫੋਨ ਆਇਆ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਗੱਡੀ ਜਿਹੜੀ ਹੈ ਉਹ ਚਾਹੀਦੀ ਹੈ, ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਹਾਲਾਂਕਿ ਵਿਜੀਲੈਂਸ ਕੋਲ ਅੱਜ ਇਹ ਪਹੁੰਚੇ ਹੈ, ਇਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਇਹਨਾਂ ਨੇ ਜੁਆਇਨ ਕੀਤੀ ਹੈ, ਜਿੱਦਾਂ ਸਰ ਨੇ ਦੱਸਿਆ, ਤੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਨਹੀਂ ਹੈ, ਨਾ ਕਿਸੇ ਤਰ੍ਹਾਂ ਦਾ ਕੋਈ ਸੁੰਦਰ ਸ਼ਾਮ ਅਰੋੜਾ ਦਾ ਇਸ ਪੂਰੇ ਮਾਮਲੇ 'ਚ ਜਿਹੜੀ 1 ਕਰੋੜ ਦੀ ਜਿਹੜੀ ਰਿਸ਼ਵਤ ਹੈ ਉਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਮੋਹਾਲੀ ਤੋਂ ਕੈਮਰਾਮੈਨ ਜੈਂਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18। ਅੱਗੇ ਵਧਾਂਗੇ। ਗੈਂਗਸਟਰ ਦੀਪਕ ਟੀਨੂ ਦੀ ਮੁੜ ਗ੍ਰਿਫਤਾਰੀ ਤੋਂ ਬਾਅਦ ਉਸ ਦਾ ਪਰਿਵਾਰ ਵੀ ਸਾਹਮਣੇ ਆਇਆ। ਟੀਨੂ ਦੇ ਪਰਿਵਾਰ ਨੇ ਪੁਲਿਸ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ। ਟੀਨੂ ਦੇ ਪਤਾ ਦੇ ਮੁਤਾਬਿਕ ਪਰਿਵਾਰ ਨੇ 7 ਤੋਂ 8 ਸਾਲ ਪਹਿਲਾਂ ਹੀ ਟੀਨੂ ਨੂੰ ਬੇਦਖਲ ਕਰ ਦਿੱਤਾ ਸੀ ਤੇ ਪਿਛਲੇ ਕਈ 5 ਸਾਲ ਤੋਂ ਉਸ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਹੋਈ ਹੈ ਔਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਧਰ DSP ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ। मेरे कई सुनने से बाहर है, हमने 7 साल से बेदखल कर रखा है। जब भी वो कोई कांड करता है, किसी तरह का रोड़ा करता है, कांड करता है, तो हमें बच्चों सहित, मेरा छोटा 2 बेटे हैं, पोते हैं, उनको उठा लेते हैं, हरासमेंट करते हैं। पहले भी हमने 23 दिन तक जेल के CI स्टाफ ने कहीं कहीं घुमाए रखा, कभी तो शाम कहीं। एक बार फिर उसने किया तो फिर हमारे को 14 दिन की अंदर रखा, लेकिन हमें तंग करते हैं। अब हमें पता चला कि वो कहीं गायब हो गया, जेल से गायब हो गया, तो हम शहर छोड़ के कहीं बाहर गए हुए हैं। पहले गए थे तो हम डर के मारे, पुलिस के डर के मारे हमने शहर छोड़ा है, क्योंकि पहले भी हमें हरासमेंट दी गई थी, काफ़ी 23, एक बार 23 दिन दी, एक बार 14 दिन गई। हम सरकार से, पुलिस से हर बार उनकी मदद करते हैं, उस विषय पे सभी पहलुओं पर जाके उसकी मदद करते हैं, जैसे भी हमसे पूछा जाता है हम बताते हैं।
लेकिन हमें पुलिस बार बार तंग करती है। हमें बुलाए, हम सहयोग करने के लिए तैयार हैं, ना कि हमें परेशान किया जाए। तो इस बारे में एसपी वगैरह उच्च अधिकारियों से मिले, क्या कहते हो? हम पहले मिले थे, अब मिले नहीं। अब तो हम डर के मारे, पहले भी हम एसपी से भी मिले थे, फिर भी हमें 23 दिन की हरासमेंट दी थी, लेकिन अब हम मिले नहीं क्यों? हम डर के मारे कभी हमें गिरफ्तार ना कर ले। हम पुलिस से डर के मारे, पीछे का हमने हाल देख रखा है, इसलिए हम ये सरासर आरोप गलत है, बिल्कुल भी हराश नहीं करते। वो अभी रिसेंटली वो पंजाब कस्टडी से भाग गया था, तो उस संबंध में ज़रूर पूछताछ करने के लिए आए होंगे। तो ये नहीं है भी उनको हरास कर रहे हैं, ये बिल्कुल सरासर आरोप गलत, बेबुनियादी और आधारहीन आरोप हैं। इस किस्म की कोई बात नहीं है। पुलिस, भिवानी पुलिस और बल्कि विशेषकर हरियाणा पुलिस सभी सुप्रीम कोर्ट के गिरफ्तारी के संबंध में जारी किए गए आदेशों का पालना जो है सुनिश्चित करती है।